ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ। ਉਪਰੰਤ ਬਾਣੀ ਦੇ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਵਿਸਰ ਨਾਹੀ ਏ ਵਡ ਦਾਤੇ, ਕਰ ਕਿਰਪਾ ਭਗਤਨ ਸੰਗ ਰਾਤੇ। ਵਿਸਰ ਨਾਹੀ ਏ ਵਡ ਦਾਤੇ, ਕਰ ਕਿਰਪਾ ਭਗਤਨ ਸੰਗ ਰਾਤੇ। ਦਿਨ ਸਰੈਣ ਜਿਉ ਤੁਧ ਧਿਆਈ, ਇਹੋ ਦਾਨ ਮੋਹਿ ਕਰਨਾ ਜੀਓ। ਦਿਨ ਸਰੈਣ ਜਿਉ ਤੁਧ ਧਿਆਈ, ਇਹੋ ਦਾਨ ਮੋਹਿ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਵਿੱਤਰ ਬਾਣੀ ਦੇ ਨਾਲ ਜੁੜ ਰਹੇ ਹੋ। ਇਹ ਪਵਿੱਤਰ ਬਚਨ ਜੋ ਆਪ ਜੀ ਨੇ ਸਰਵਣ ਕੀਤਾ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਛਤਰ ਚਬਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਬਚਨ ਸ਼ਬਦ ਚੱਲ ਰਹੇ ਹਨ। ਨਾਮ ਦੀ ਮਹਿਮਾ, ਨਾਮ ਦੀ ਵਡਿਆਈ। ਪਿੱਛੇ ਆਪਾਂ ਸਰਵਣ ਕੀਤਾ ਸੀ ਕਿ ਜਦੋਂ ਪਰਮੇਸ਼ਰ ਦੇ ਪਿਆਰੇ ਮਿਲਦੇ ਹਨ ਤੇ ਉਹਨਾਂ ਤੋਂ ਕੀ ਮੰਗੀਏ। ਸਗਲ ਸੰਤਨ ਪਹਿ ਵਸਤਿਕ ਮੰਗੋ, ਕਰੋ ਬੇਨੰਤੀ ਮਾਨ ਤਿਆਗੋ। ਵਾਰ ਵਾਰ ਜਾਈ ਲਖ ਬਰੀਆ, ਦੇਹੋ ਸੰਤਨ ਕੀ ਧੂਰਾ ਜੀਓ। ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਮੰਗੋ। ਪਰਮੇਸ਼ਰ ਦੇ ਪਿਆਰੇ ਮਿਲ ਜਾਣ ਤੇ ਉਹਨਾਂ ਦੇ ਕੋਲੋਂ ਨਾਮ ਦੀ ਦਾਤ ਮੰਗੋ, ਜਿਸ ਦੇ ਨਾਲ ਸਾਡਾ ਮਨੁੱਖਾ ਜੀਵਨ ਸਫਲਾ ਹੋਣਾ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ ਦੇ ਮਹਾਂ ਵਾਕ ਅਨੁਸਾਰ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਬਚਨ ਅੰਗ 100 ਉੱਪਰ ਸੁਭਾਏ ਮਾਨ। ਉਹਨੂੰ ਨਾਮ ਦੀ ਦਾਤ ਮਿਲ ਗਈ ਆ। ਜਦੋਂ ਮਨੁੱਖ ਨੇ ਨਾਮ ਜਪਣਾ ਸ਼ੁਰੂ ਕੀਤਾ, ਹੌਲੀ ਹੌਲੀ ਸਾਡੇ ਮਨ ਦੀ ਆਦਤ ਬਣ ਗਈ, ਸੁਭਾਅ ਬਣ ਗਿਆ। ਤੇ ਜਿਸ ਵੇਲੇ ਆਦਤ ਬਣ ਗਈ ਨਾਮ ਜਪਣ ਦੀ, ਫਿਰ ਨਾਮ ਦਾ ਰਸ ਆਉਣ ਲੱਗਦਾ ਹੈ। ਤੇ ਸਾਡੇ ਮਨ ਦੀ ਇੱਕ ਆਦਤ ਹੈ, ਜਿੱਥੋਂ ਰਸ ਆਉਂਦਾ ਤੇ ਮੁੜ ਕੇ ਉਹਨੂੰ ਛੱਡਣ ਨੂੰ ਜੀਅ ਨਹੀਂ ਕਰਦਾ। ਉਸੇ ਤਰ੍ਹਾਂ ਹੀ ਜਦੋਂ ਇਸ ਮਨ ਨੂੰ ਨਾਮ ਦਾ ਰਸ ਆਵੇਗਾ ਤੇ ਫਿਰ ਇਹਨੂੰ ਵੀ ਨਹੀਂ ਛੱਡੇਗਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਉਹ ਐਡੇ ਵੱਡੇ ਪਰਮੇਸ਼ਰ, ਕਿੱਡੇ ਵੱਡੇ। ਪਿੱਛੇ ਆਪਾਂ ਸਰਵਣ ਕੀਤਾ। ਪਿਛਲੇ ਸ਼ਬਦ ਦੇ ਵਿੱਚ ਪਾਤਸ਼ਾਹ ਕਹਿ ਰਹੇ ਸੀ
तुम दाते तुम पुरख विधाते, तुम समरथ सदा सुख दाते। इन्नियां दातां देण वाले तू दाता है, पुरख है, साडे लेखे भी लिखण वाला तू है। तू सर्व कला समर्थ है, सुखां दा दाता है। सब को तुम ही ते वरसावे, सारे तैथों ही मंगदे आ। अवसर करो हमारा पूरा जियो, साडा भी समा आया सानू भी दिओ। तो एडे वड्डे परमेश्वर नूं फिर पातशाह अज दे शब्द विच बेनती करदे न, विसर नाही ए वड दाते। हे इन्ने वड्डे दातां देण वाले आ दातिया, किरपा करी कि तू मैनू विसरी ना। सर्व कला समर्थ परमेश्वर ऐसी बख्शिश कर दिओ कि मैं तुहाडे नाम नूं भुल्लां ना। हमेशा तुहाडा नाम जपां, तुहाडा सिमरन करां। कर किरपा भगतन संग राते। जिस तरह तुसीं भगतां दे नाल इकमिक होए हो, ताना पेटा जिवें ਮੰਜੇ ਵਿੱਚ ਦਰੀਆਂ ਵਿੱਚ ਖੇਸਾਂ ਵਿੱਚ ਤਾਣਾ ਪੇਟਾ ਪਾਇਆ ਜਾਂਦਾ ਬੁਣਨ ਵਾਸਤੇ, ਦੋਨੇ ਪਾਸੇ ਹੀ ਸੂਤ ਹੈ। ਤਾਣਾ ਵੀ ਸੂਤ ਦਾ ਹੈ, ਪੇਟਾ ਵੀ ਸੂਤ ਦਾ ਹੈ। ਇਸ ਤਰ੍ਹਾਂ ਇਹ ਜੀਵ ਵੀ ਪਰਮੇਸ਼ਰ ਦੀ ਅੰਸ਼ ਹੈ ਅਤੇ ਪਰਮੇਸ਼ਰ ਤਾਂ ਪਰਮੇਸ਼ਰ ਹੈ ਹੀ। ਭਾਵੇਂ ਕਿ ਸਾਰੀ ਦੁਨੀਆ ਨੂੰ ਪੈਦਾ ਕਰਨ ਵਾਲਾ ਵੀ ਉਹ ਹੈ, ਪਾਲਣ ਵਾਲਾ ਵੀ ਉਹ ਹੈ, ਸੰਭਾਲਣ ਵਾਲਾ ਵੀ ਉਹ ਹੈ, ਪਰ ਇੱਕ ਜਿਨ੍ਹਾਂ ਦੇ ਬਹੁਤਾ ਹੀ ਨੇੜੇ ਹੈ, ਭਗਤੀ ਕਰਨ ਵਾਲੇ ਪਰਮੇਸ਼ਰ ਦੇ ਪਿਆਰੇ, ਉਹਨਾਂ ਨਾਲ ਤਾਂ ਤੂੰ ਇਕਮਿਕ ਹੋਇਆ ਹੋਇਆ। ਕਰ ਕਿਰਪਾ ਭਗਤਨ ਸੰਗ ਰਾਤੇ, ਭਗਤਾਂ ਦੇ ਨਾਲ ਇਕਮਿਕ ਹੋਏ ਪਰਮੇਸ਼ਰ ਮੇਰੇ ਤੇ ਵੀ ਕਿਰਪਾ ਕਰ। ਤੇ ਅੱਗੋਂ ਫਿਰ ਪਰਮੇਸ਼ਰ ਪੁੱਛਦੇ ਹੈ, ਤੂੰ ਕੀ ਮੰਗਦਾ ਹੈ, ਕੀ ਕਿਰਪਾ ਕਰਾਂ ਤੇਰੇ ਤੇ। ਬਸ ਇਹੋ ਹੀ ਕਿਰਪਾ ਕਰਦੇ ਹੋ, ਦਿਨ ਸਰੈਣ ਜੋ ਤੁਧ ਤੇ ਆਈ, ਇਹੋ ਦਾਨ ਮੋਹ ਕਰਨਾ ਜੀਓ। हे परमेश्वर, मैं दिन रात हर वेले लगातार तैनू सिमरदा रहा। ते लगातार सिमरन का कारण की है, बाबे नानक जी नूं पुछीए ਤਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ, ਭਲਿਓ ਜੇ ਵਿਸਰ ਗਏ ਤਾਂ ਮਰ ਜਾਵਾਂਗੇ। ਤੇ ਮਰਨ ਤੋਂ ਬੰਦਾ ਕਿੰਨਾ ਡਰਦਾ, ਮਰਨ ਤੋਂ ਜੀਵ ਕਿੰਨਾ ਡਰਦਾ ਵੀ ਜੇ ਮੌਤ ਹੋ ਗਈ, ਇਹ ਸਰੀਰ ਛੁੱਟ ਜੂਗਾ, ਫਿਰ ਕਿੱਥੇ ਰਹਾਂਗੇ। ਇਸ ਕਰਕੇ ਉਹ ਬਚਾਉਣ ਵਾਲਾ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਆਪਣੀ ਮਾਤਾ ਨੂੰ ਸੰਬੋਧਨ ਕਰਦੇ ਹੋਏ ਸ਼ਬਦ ਉਚਾਰਦੇ ਹਨ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚੱਲੀਐ ਦੁੱਖ। ਇਸ ਕਰਕੇ ਸਾਡੇ ਅੰਦਰ ਹਮੇਸ਼ਾ ਜਿੱਥੇ ਸੰਸਾਰ ਦੀਆਂ ਵਸਤੂਆਂ ਦੀ ਭੁੱਖ ਲੱਗਦੀ ਆ, ਸੰਸਾਰ ਦੇ ਰਸਾਂ ਕਸਾਂ ਦੀ ਭੁੱਖ ਲੱਗਦੀ ਆ, ਜਿਵੇਂ ਵਿਕਾਰੀ ਮਨੁੱਖਾਂ ਨੂੰ ਵਿਸ਼ੇ ਵਿਕਾਰਾਂ ਦੀ ਭੁੱਖ ਲੱਗਦੀ ਆ, ਸਿੱਖ ਨੂੰ ਨਾਮ ਜਪਣ ਦੀ ਭੁੱਖ ਲੱਗਣੀ ਚਾਹੀਦੀ ਆ। ਐਸੀ ਉਦਾਹਰਨ ਭਗਤ ਨਾਮਦੇਵ ਦਿੰਦੇ ਹਨ, ਜੈਸੇ ਕਾਮੀ ਪੁਰਖ ਕਾਮਨੀ ਪਿਆਰੀ, ਤੈਸੀ ਨਾਮੈ ਪ੍ਰੀਤ ਮੁਰਾਰੀ। ਨਾਮਦੇਵ ਦੀ ਪਰਮੇਸ਼ਰ ਨਾਲ ਐਸੀ ਪ੍ਰੀਤੀ ਹੈ ਜਿਵੇਂ ਕੋਈ ਕਾਮੀ ਮਨੁੱਖ ਕਾਮਨੀ ਆਪਣੀ ਇਸਤਰੀ ਨੂੰ ਪਿਆਰ ਕਰਦਾ। ਐਸਾ ਪਿਆਰ ਮੇਰਾ ਪਰਮੇਸ਼ਰ ਦੇ ਨਾਲ ਵੀ ਹੈ। ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸਿੱਖੋ
आओ आपां भी ऐसे मालक नूं बेनती करिए, विसर नाही एवड दाते, कर किरपा भगतन संग राते। ਇਹੋ जी किरपा कर दिओ, ਦਿਨਸ ਰਹਿਣ ਜਿਉ ਤੁਧ ਧਿਆਈ, ਇਹੋ ਦਾਨ ਮੋਹ ਕਰਨਾ ਜੀਓ। ਦਾਨ ਹੁੰਦੀ ਹੈ ਦੇਣਾ ਕੁਛ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਸਿੱਖ ਨੂੰ ਬਖਸ਼ਿਸ਼ ਕਰਦੇ ਹੋਏ, ਤੈਨੂੰ ਪਰਮੇਸ਼ਰ ਚਿੱਤ ਆਵੇ। ਇਹ ਛੋਟੇ ਜਿਹੇ ਬਚਨ ਦੇ ਵਿੱਚ ਬਖਸ਼ਾਂ ਕਿੰਨੀਆਂ, ਜੇ ਪਰਮੇਸ਼ਰ ਚਿੱਤ ਆਇਆ ਤੇ ਸੁੱਖਾਂ ਦਾ ਖਜ਼ਾਨਾ ਆ ਗਿਆ, ਸਮਝੋ। ਕੋ ਸਤਨਾਮ ਸ੍ਰੀ। ਕਈ ਵਾਰੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਤੈਨੂੰ ਪਰਮੇਸ਼ਰ ਚਿੱਤ ਆਵੇ, ਹਮੇਸ਼ਾ ਚਿੱਤ ਆਵੇ। ਹਮੇਸ਼ਾ ਚਿੱਤ ਆਉਣ ਦਾ ਮਤਲਬ ਅਸੀਂ ਜੁੜੇ ਹੋਏ ਹਾਂ, ਤੇ ਜੁੜੇ ਹੋਏ ਹਾਂ ਤੇ ਫਿਰ ਦੁੱਖਾਂ ਦੇ ਆਉਣ ਦਾ ਕਾਰਨ ਹੀ ਨਹੀਂ, ਜਿੱਥੇ ਘਰ ਦਾ ਮਾਲਕ ਵਸਦਾ ਹੈ। ਉੱਠ ਵੰਝੋ ਕਿਲ ਵੇਖੋ, ਕਰਤਾ ਘਰ ਆਇਆ। ਪ੍ਰੀਤਮ ਜੀ ਕਹਿੰਦੇ, ਦਿਨਸ ਰਹਿਣ ਜਿਉ ਤੁਧ ਧਿਆਈ, ਇਹੋ ਦਾਨ ਮੋਹੇ ਕਰਨਾ ਜੀਓ। ਬਸ ਇਹ ਕਿਰਪਾ ਕਰ ਦਿਓ, ਜਿਸ ਤਰ੍ਹਾਂ ਵੀ ਮੈਂ ਤੈਨੂੰ ਦਿਨ ਰਾਤ ਸਿਮਰਾਂ, ਇਹੋ ਜਿਹਾ ਬਹਾਨਾ ਬਣਾ ਦਿਓ। ਤੇ ਬਹਾਨਾ ਬਣਾ ਦਿੱਤਾ ਸਾਨੂੰ। ਗੁਰੂ ਨਾਨਕ ਦੇ ਘਰ, ਗੁਰੂ ਨਾਨਕ ਦੇ ਸਿੱਖਾਂ ਦੇ ਘਰੇ ਪੈਦਾ ਕਰ ਦਿੱਤਾ। ਇਹ ਸਾਨੂੰ ਬਖਸ਼ਿਸ਼ ਕੀਤੀ ਹੈ। ਮਲਿਹਾਰੀ ਤਿੰਨਾਂ ਗੁਰਸਿੱਖਾਂ, ਅੰਮ੍ਰਿਤ ਵੇਲੇ ਉੱਠ ਬਹੰਦੇ। ਮੈਂ ਉਹਨਾਂ ਤੋਂ ਬਲਿਹਾਰੇ ਜਾਵਾਂ, ਜਿਹੜੇ ਕਿ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਨਾਲ ਜੁੜਦੇ ਹਨ। ਬਲਿਹਾਰੀ ਤਿੰਨਾਂ ਗੁਰਸਿੱਖਾਂ, ਅੰਮ੍ਰਿਤ ਵੇਲੇ ਸਰਨਾ ਵੰਦੇ। ਮੈਂ ਉਹਨਾਂ ਤੋਂ ਬਲਿਹਾਰੇ ਜਾਵਾਂ ਜਿਹੜੇ ਅੰਮ੍ਰਿਤ ਵੇਲੇ ਉਸ ਪਰਮੇਸ਼ਰ ਦੇ ਨਾਲ ਜੁੜਨਾ ਕਰਦੇ ਹਨ ਉੱਠ ਕਰਕੇ। ਤੇ ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਐਸੇ ਬਚਨ ਲਿਖਦੇ ਹਨ, ਵੱਡੇ ਭਾਗ ਤਿੰਨਾਂ ਗੁਰਸਿੱਖਾਂ ਦੇ, ਜੋ ਸਤਿਗੁਰ ਸ਼ਰਨੀ ਜਾਏ ਪਵੰਦੇ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਸ਼ਰਨ ਵਿੱਚ ਬੈਠਦੇ ਹਨ, ਉਹਨਾਂ ਦੇ ਹੋਰ ਵੀ ਵੱਡੇ ਭਾਗ। ਇਸ ਕਰਕੇ ਭਾਗਾਂ ਨੂੰ ਵੱਡੇ ਬਣਾਉਣ ਵਾਸਤੇ ਅਸੀਂ ਗੁਰੂ ਦੇ ਨਾਲ ਜੁੜਨਾ ਹੈ। ਦਿਨਸ ਰਹਿਣ ਜੋ ਤੁਧ ਧਿਆਈ, ਇਹੋ ਦਾਨ ਮੋਹ ਕਰਨਾ ਜੀਓ। ਬਸ ਇਹੋ ਮੰਗਦਾ ਹਾਂ ਕਿ ਤੂੰ ਵਿਸਰੀ ਨਾ, ਹਮੇਸ਼ਾ ਚਿੱਤ ਆਈ, ਹਮੇਸ਼ਾ ਯਾਦ ਰਹੀ ਮੇਰੇ, ਮੈਂ ਭੁੱਲਾਂ ਨਾ। ਇਹੋ ਦਾਨ ਮੋਹ ਕਰਨਾ ਜੀਓ। ਬਸ ਮੈਂ ਇਹੋ ਹੀ ਮੰਗਦਾ, ਹੋਰ ਕੁਛ ਨਹੀਂ ਮੰਗਦਾ। ਮਾਟੀ ਅੰਧੀ ਸੁਰਤ ਸਮਾਈ, ਇਹ ਮਿੱਟੀ ਅੰਨੀ। ਕਿਹੜੀ ਮਿੱਟੀ? ਆ ਪੰਜਾਂ ਤੱਤਾਂ ਦਾ ਸਰੀਰ ਅੰਨੀ ਹੈ ਅਗਿਆਨਤਾ ਕਰਕੇ। ਇਹਦੇ ਵਿੱਚ ਤੇਰਾ ਹੀ ਸੁਰਤ, ਤੇਰਾ ਹੀ ਸ਼ਬਦ ਵਸਦਾ ਹੈ, ਤੇਰੀ ਚੇਤਨਾ ਵਸਦੀ ਹੈ। ਤੇਰੀ ਚੇਤਨਾ ਕਰਕੇ ਹੀ ਇਹ ਅੰਨੀ ਮਿੱਟੀ ਨੂੰ ਗਿਆਨ ਹੋਇਆ। ਇੱਥੇ ਮਿੱਟੀ ਤੋਂ ਭਾਵ ਪੰਜਾਂ ਤੱਤਾਂ ਦਾ ਸਰੀਰ। ਜਿਹੜਾ ਇਹ ਪੰਜਾਂ ਤੱਤਾਂ ਦਾ ਸਰੀਰ ਹੈ, ਜੇ ਇਹਦੇ ਵਿੱਚ ਪਰਮੇਸ਼ਰ ਦਾ ਬਖਸ਼ਿਆ ਗਿਆਨ ਨਾ ਹੋਵੇ, ਉਹਦੀ ਚੇਤਨਾ ਨਾ ਹੋਵੇ, ਫਿਰ ਇਹ ਕੁਛ ਵੀ ਨਹੀਂ ਕਰ ਸਕਦਾ। ਇਹਦੇ ਵਿੱਚ ਉਸ ਚੇਤਨ ਨੇ ਜੜ ਸਰੀਰ ਦੇ ਵਿੱਚ ਗਿਆਨ ਪਾਇਆ ਔਰ ਸੁਰਤ ਦੇ ਵਿੱਚ ਆਪਣਾ ਸ਼ਬਦ ਰੱਖਿਆ। ਜਿਸ ਤਰ੍ਹਾਂ ਪਾਤਸ਼ਾਹ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਜਿਉਂ ਬੁਲਾਵੇ ਤਿਉਂ ਬੋਲਾਂ ਸੁਆਮੀ, ਜੈ ਭੇਜੇ ਤਹਿ ਜਾਵਾਂ, ਸਭ ਨਗਰੀ ਮਹਿ ਏਕੋ ਰਾਜਾ, ਸਭੈ ਪਵਿੱਤ ਹੈ ਥਾਵਾਂ।
ਸਾਰੀ ਨਗਰੀ ਭਾਵ ਸੰਸਾਰ ਦਾ ਇੱਕੋ ਰਾਜਾ ਹੈ, ਤੇ ਜਿੱਥੇ ਉਹ ਭੇਜਦਾ ਉੱਥੇ ਚਲੇ ਜਾਂਦੇ ਹਾਂ, ਜਿਵੇਂ ਬੁਲਾਉਂਦਾ ਉਵੇਂ ਬੋਲਦੇ ਹਾਂ। ਇਹ ਉਹ ਸਭ ਉਹਦੇ ਹੁਕਮ ਅੰਦਰ ਹੈ। ਪ੍ਰੀਤਮ ਜੀ ਕਹਿੰਦੇ ਬਸ ਕਿਰਪਾ ਕਰਿਓ ਮਾਟੀ ਅੰਧੀ ਸੁਰਤ ਸਮਾਈ, ਤੂੰ ਕਿੰਨੀ ਕਿਰਪਾ ਕੀਤੀ ਆ। ਪਹਿਲਾਂ ਮੈਨੂੰ ਟੇਢੀਆਂ ਜੂਨਾਂ ਚੋਂ ਕੱਢ ਕੇ ਮਨੁੱਖ ਬਣਾਇਆ। ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ, ਦੇਹੋ ਦਰਸ ਹਰ ਰਾਇਆ। ਤੇ ਫਿਰ ਮਨੁੱਖਾਂ ਦੇ ਵਿੱਚੋਂ ਵੀ ਉਹ ਮਨੁੱਖ ਬਣਾਇਆ ਜੋ ਪਰਮੇਸ਼ਰ ਨਾਲ ਜੁੜੇ, ਉਹਨਾਂ ਦੇ ਘਰ ਪੈਦਾ ਕੀਤਾ, ਗੁਰਸਿੱਖਾਂ ਦੇ ਘਰ ਪੈਦਾ ਕੀਤਾ। ਅਤੇ ਉਸ ਤੋਂ ਬਾਅਦ ਫਿਰ ਗੁਰੂ ਕੋਲ ਲਿਆਂਦਾ ਕੋਈ ਬਹਾਨਾ ਬਣਾ ਕੇ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ। ਪੰਜਵੇਂ ਪਾਤਸ਼ਾਹ ਜੀ ਕਹਿੰਦੇ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਐਸਾ ਉਸਨੇ ਕਿਰਪਾ ਕੀਤੀ। ਕਿੰਨੀ ਕਿਰਪਾ ਕੀਤੀ ਆਪਾਂ ਗਿਣਤੀ ਨਹੀਂ ਕਰ ਸਕਦੇ। ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਲਖਣਾ ਹੁੰਦਾ ਜਾਣਨਾ, ਕੋਈ ਬਿਰਲਾ ਇਸ ਗੱਲ ਨੂੰ ਸਮਝਦਾ ਗੁਰੂ ਕਿਰਪਾ ਸਦਕਾ ਬਈ ਪਰਮੇਸ਼ਰ ਕਿਰਪਾ ਕਰ ਰਿਹਾ। ਕਿੰਨੀ ਕਿਰਪਾ ਕਰ ਰਿਹਾ। ਮਨੁੱਖ ਪਰਮੇਸ਼ਰ ਨੂੰ ਭਾਵੇਂ ਲਾਂਭੇ ਵੀ ਦਿੰਦਾ ਕਿ ਤੂੰ ਮੈਨੂੰ ਕੀ ਦਿੱਤਾ, ਤੇ ਜੇ ਤੁਹਾਡੇ ਸਰੀਰ ਦੇ ਇਹਨਾਂ ਅੰਗਾਂ ਦਾ ਮੁੱਲ ਪਾਉਣ ਲੱਗ ਜਾਈਏ, ਇਹ ਅਰਬਾਂ ਖਰਬਾਂ ਦਾ ਸਰੀਰ ਦਿੱਤਾ, ਕਹੋ ਸਤਨਾਮ ਸ੍ਰੀ। ਇੱਕ ਉਂਗਲ ਵੀ ਤੁਸੀਂ ਕਿਧਰੋਂ ਲੈ ਨਹੀਂ ਸਕਦੇਗੇ। ਨੇਤਰ ਦਿੱਤੇ ਸੁੰਦਰ, ਅੱਖਾਂ ਦਿੱਤੀਆਂ ਸੁੰਦਰ, ਜਿਨ੍ਹਾਂ ਰਾਹੀਂ ਦੇਖਦੇ ਹਾਂ। ਫਿਰ ਸਾਰਾ ਸਿਸਟਮ ਬਣਾਇਆ ਸਰੀਰ ਦੇ ਅੰਦਰ ਕਿ ਇਸ ਦਾ ਕੋਈ ਮੁੱਲ ਨਹੀਂ ਹੈ। ਭਾਵ ਇਹ ਮਨੁੱਖਾ ਜੀਵਨ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੈ ਪਛਤਾਹੇ ਰੇ। ਪਰਮੇਸ਼ਰ ਨੂੰ ਨਾ ਜਾਣਨ ਕਰਕੇ ਹੀ ਜੀਵ ਦੁਖੀ ਹੈ। ਕਿਰਪਾ ਬੜੀ ਕੀਤੀ। ਪਾਤਸ਼ਾਹ ਜੀ ਕਹਿੰਦੇ ਮਾਟੀ ਅੰਧੀ ਸੁਰਤ ਸਮਾਈ, ਸਭ ਕੁਛ ਦੀਆ ਭਲੀਆ ਜਾਈ। ਪਹਿਲਾਂ ਸਰੀਰ ਦਿੱਤਾ, ਸਰੀਰ ਵਿੱਚ ਗਿਆਨ ਰੱਖਿਆ। ਪਸ਼ੂਆਂ ਨੂੰ ਓਨਾ ਗਿਆਨ ਨਹੀਂ ਜਿੰਨਾ ਮਨੁੱਖ ਨੂੰ ਦਿੱਤਾ ਉਸਨੇ। ਉਸਦੇ ਬਖਸ਼ੀ ਹੋਈ ਗਾਈਡੈਂਸ ਨਾਲ, ਗਿਆਨ ਦੇ ਨਾਲ ਹੀ ਅਸੀਂ ਤੁਰੇ ਫਿਰਦੇ ਹਾਂ। ਗਿਆਨ ਵਾਲੇ ਸਰੀਰ ਵਿੱਚ ਫਿਰ ਲੋੜਾਂ ਪੂਰੀਆਂ ਕਰਨ ਲਈ ਉਸ ਅਕਾਲ ਪੁਰਖ ਨੇ ਚੰਗੀਆਂ ਥਾਵਾਂ ਦਿੱਤੀਆਂ। ਉਸ ਅਕਾਲ ਪੁਰਖ ਨੇ ਸਾਨੂੰ ਮਨੁੱਖਾ ਜਨਮ ਜਿਹੜਾ ਸਭ ਤੋਂ ਉੱਤਮ ਜਨਮ ਦਿੱਤਾ। ਫਿਰ ਇਸ ਦੀਆਂ ਲੋੜਾਂ ਪੂਰੀਆਂ ਕਰਨ ਲਈ 36 ਪ੍ਰਕਾਰ ਦੇ ਭੋਜਨ ਦਿੱਤੇ। ਸਾਹ ਲੈਣ ਲਈ ਸੁੰਦਰ ਹਵਾ ਦਿੱਤੀ, ਆਕਸੀਜਨ। ਸਾਡੀ ਖਰਾਬ ਹੋਈ ਗੰਦੀ ਹਵਾ ਨੂੰ ਸ਼ੁੱਧ ਕਰਨ ਵਾਸਤੇ ਦਰਖਤ ਕੁਦਰਤ ਬਣਾਈ ਉਸਨੇ। ਇਹ ਜਿੰਨਾ ਵੀ ਸੰਸਾਰ ਬਣਾਇਆ ਮਨੁੱਖ ਦੀ ਸੇਵਾ 'ਚ ਬਣਾਇਆ ਹੋਇਆ, ਕੋ ਸਤਨਾਮ ਸ੍ਰੀ। ਤੇ ਮਨੁੱਖ ਦੀ ਡਿਊਟੀ ਲਾਈ ਆ ਕੁਦਰਤ ਨੂੰ ਸੰਭਾਲਣ ਵਾਸਤੇ। ਮਨੁੱਖ ਦੀ ਡਿਊਟੀ ਲਾਈ ਹੈ ਉਹਦੀ ਬਣਾਈ ਸ੍ਰਿਸ਼ਟੀ ਨੂੰ ਸੰਭਾਲਣ ਵਾਸਤੇ, ਤੇ ਸ੍ਰਿਸ਼ਟੀ ਸਾਰੀ ਬਣਾਈ ਹੈ ਮਨੁੱਖ ਵਾਸਤੇ। ਜਿਸ ਤਰ੍ਹਾਂ ਪ੍ਰੀਤਮ ਬਾਣੀ 'ਚ ਲਿਖਦੇ ਨੇ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਅਵ ਤੂੰ ਸੀਜ ਭਾਵੇਂ ਨਹੀਂ ਸੀਜੈ, ਕਰ ਸਵਲੇ ਮਨ ਪ੍ਰਭ ਧਿਆਈ ਜੈ। ਹੁਣ ਤੂੰ ਮੰਨ ਜਾ ਨਾ ਮੰਨ, ਸੁਧਰ ਜਾਂ ਨਾ ਸੁਧਰ, ਤੇਰੀ ਮਰਜ਼ੀ ਆ। ਪਰ ਤੇਰੇ ਕਾਰਜ ਰਾਸ ਤਾਂ ਹੋਣਗੇ ਜੇ ਤੂੰ ਮਾਲਕ ਨੂੰ ਸਿਮਰੇਗਾ। ਸਭ ਕੁਛ ਦੀਆ
जिन दिया तुद पवन अमोला, जिन दिया तुद नीर निर्मोला, जिन दिया तुद पावक बलना, तिस ठाकर की रहो मन सरना। उस मालक की शरण दे विच वसना करो जिन्हें तैनू इन्ना कुछ दिता। जिन दिया तुद पवन अमोला, जिन दिया सुंदर हवा, जिन दिया तुद नीर निर्मोला, जिन दिया तुद पवन अमोला, जिन दिया तुद पावक बलना। अग दिती, किसी जगह ते अग भी नहीं सी। एक देश में सतगुरु महाराज गए, उथों दे राजे का हुक्म सी कोई भी यात्रु आवे, बाहरा मनुख आवे, उसनूं कुछ खवाए बिना नहीं भेजना। पर उत्थे खांदे सारे मांस ही सन, और मांस नूं भी जे वो भुनदे सी ते उन्हां कोल अग नहीं सी। सूरज की गरमैश नाल पत्थर गर्म हो जाते सन, उन्हां दे विचाले रख देंदे, ओह भुज जांदा ते खा लैंदे। कहंदे जिस वेले धन धन श्री गुरु नानक देव जी उत्थे पहुँचे ते जंगलों में एक आजड़ी मिलिया, ते उसने कहंदे सतगुरां दे लई उही तैयार कर लिया। कहन लग्या जी छको। कहंदे की गल है की आ? कहंदे जी साडे ते यही चलदा, साडे कोल तां अग भी नहीं है, भोजन भी नहीं है, साडे कोल कणक जां होर फसलां भी नहीं हुंदियां, और साडे राजे दा हुक्म है कोई भी बाहरला यात्रु आवे, राही पांधी साधु संत आवे, उहनूं भुखा नहीं जाण देना पिंड चों अपने, जिहनूं भी मिले उही छकावे। पातशाह कहंदे तुहाडे ये राजे दा हुक्म तां ठीक है, पर जे तुसी करतार नूं कहो तो तुहानूं अग भी मिल सकती है, ते खुराकां फसलां भोजन भी मिल सकदा। कहंदे जी वो कौन है करतार, सानूं तां पता नहीं। ते पातशाह कहन लगे ठीक है। कहंदे फिर राजे नूं बुलाया गया, ते राजे नूं बुला करके गलबात होई, ते फिर उत्थे पातशाह ने उन्हां नूं अग पैदा करन दा ढंग दस्सिया। अग दित्ती उन्हां लोकां नूं। फिर उन्हां लोकां दे कोलों ही किधरों थोड़ा बहुता बीज मंगवाया कणक दा, किसी फसल का, तो वह बीज करके पातशाह जी ने उगड़ा के ते शुरुआत कर दी फसलां होण दी। जिथे जिथे पातशाह गए, जिहड़ियां चीज़ां संगतां नूं जनता नूं लोड़ सी वो देणियां कीतियां। इस करके उस नूं क्यों विसारीए? माटी अंधी सुरत समाई, साडा पंजां तत्तां दा शरीर अन्ना है जे इह च ज्ञान ना होवे। बहुत सारे लोग ऐसे फिरदे आ जिन्हां नूं होश नहीं है, अकल नहीं है, बुद्धि नहीं है, मंद बुद्धि। पर किन्ने वड्डे भाग हन साडे जिन्हां नूं सुरत दित्ती, शब्द दिता, सब कुछ दिया भलिया जाई, आनंद विनोद चोज तमाशे। फिर जीवन दे विच अनेकां तरह के रंग भरे, मनोरंजन दे समान तैयार किए संसार दे विच मनुख दे लई। अनेकां तरह के आनंद खुशियां खेड़े मानण दे लई सतगुरु पातशाह जी कहते हैं उस परमेश्वर ने इस देह दे परचावे लई अनंता बेअंत आनंद खुशियां विनोद कौतक चोज तमाशे ये देश विच पैदा किए। सैंस के राही पैदा करवाए। तुहाडे हत्थ विच मोबाइल है, घर विच टीवी है, ये सारियां दातां जिहड़ियां कौन दे रहा है? परमेश्वर। सैंसदानां नूं ज्ञान दिंदा ते उन्हां दे राही वो सारे काम करवाउंदा ते मनुख तक ये चीज़ां पहुँचियां सूई तो लैके हैलीकॉप्टर कंप्यूटर युग अज दे युग तक जो आया ये परमेश्वर दीयां दित्तियां दातां। सतगुरु अर्जन देव जी अज तो किन्ना समा पहला लिखते हैं, क्यों ना उन्होंने याद किया जाए, उसका शुक्रिया किया जाए। वो खजानिया का मालक, आनंद विनोद चोज तमाशे, जिसने बेअंत खुशियां बख्शियां, मनोरंजन के साधन बनाए,
ਸੁੱਖ ਸਹੂਲਤਾਂ ਵਾਸਤੇ ਅੱਜ ਦੇ ਯੁੱਗ ਵਿੱਚ ਗੱਡੀਆਂ ਦਾ ਦੌਰ ਚੱਲ ਰਿਹਾ ਹੈ। ਹਵਾਈ ਜਹਾਜ਼ ਮਿੰਟੋ ਮਿੰਟੀ ਬੰਦਾ ਹਜ਼ਾਰਾਂ ਕੋਹ ਕਰਕੇ ਦੂਜੇ ਦੇਸ਼ ਚਲਿਆ ਜਾਂਦਾ। ਇਹ ਦਾਤਾਂ ਦੇਣ ਵਾਲਾ ਉਹ ਪਰਮੇਸ਼ਰ ਹੈ। ਪਾਤਸ਼ਾਹ ਜੀ ਕਹਿੰਦੇ ਫਿਰ ਅੰਡ ਬਨੋਦ ਚੋਜ ਤਮਾਸ਼ੇ ਜੋ ਭਾਵੈ ਸੋ ਹੋਣਾ ਜੀਓ। ਤੇ ਹੁੰਦਾ ਉਹੀ ਹੈ ਜੋ ਤੈਨੂੰ ਚੰਗਾ ਲੱਗਦਾ, ਜੋ ਤੈਨੂੰ ਚੰਗਾ ਲੱਗਦਾ ਉਹੀ ਹੁੰਦਾ। ਤੁਧ ਭਾਵੈ ਸੋ ਹੋਣਾ ਜੀਓ, ਜਿਸ ਦਾ ਦਿੱਤਾ ਸਭ ਕਿਛ ਲੈਣਾ। ਜਿਹਦੀਆਂ ਦਿੱਤੀਆਂ ਦਾਤਾਂ ਨੂੰ ਅਸੀਂ ਭੋਗਦੇ ਹਾਂ, ਮਾਣਦੇ ਹਾਂ। 36 ਅੰਮ੍ਰਿਤ ਭੋਜਨ ਖਾਣਾ, 36 ਪ੍ਰਕਾਰ ਦੇ ਭੋਜਨ ਖਾਣੇ ਆਦਿ ਸਾਨੂੰ ਦੇਣੇ ਕੀਤੇ। ਅਨੇਕਾਂ ਰਸਾਂ ਵਾਲੇ ਕੌੜੇ ਮਿੱਠੇ ਅਲੂਣੇ, ਆ ਕਿੰਨੇ ਤਰ੍ਹਾਂ ਦਾ ਫਲ ਫਰੂਟ ਬਣਾਇਆ। ਕੌਣ ਖਾਂਦਾ ਇਹਨੂੰ? ਬੰਦਾ ਹੀ ਖਾਂਦਾ। ਤੇ ਦੇਣ ਵਾਲਾ ਪਰਮੇਸ਼ਰ ਹੈ। ਕਿਸ ਤਰ੍ਹਾਂ ਕੁਦਰਤ ਦੇ ਰਾਹੀਂ ਸਾਨੂੰ ਸਭ ਕੁਝ ਦੇ ਰਿਹਾ, ਔਰ ਕਿਤਨਾ ਖਿਆਲ ਰੱਖਿਆ ਮਨੁੱਖ ਦਾ, ਸ੍ਰਿਸ਼ਟੀ ਦਾ ਪਰਮੇਸ਼ਰ ਨੇ। ਇੱਕ ਦਿਨ ਮਨੁੱਖ ਇੱਕ ਦਰਖਤ ਦੇ ਹੇਠਾਂ ਪਿਆ, ਅੰਬ ਦਾ ਦਰਖਤ ਹੈ, ਅੰਬ ਲੱਗੇ ਹੋਏ ਆ ਉਸ ਨੂੰ, ਤੇ ਨਾਲ ਹੀ ਖੇਤ ਵਿੱਚ ਉਸਨੇ ਮਤੀਰੀਆਂ ਦੀਆਂ ਬੱਲਾਂ ਵੀ ਲੱਗੀਆਂ ਦੇਖੀਆਂ। ਤੇ ਉਧਰ ਮਤੀਰਿਆਂ ਦੀਆਂ ਬੱਲਾਂ ਨੂੰ ਮਤੀਰੇ ਲੱਗੇ ਆ 2-2 4-4 ਕਿਲੋ ਦੇ, ਤੇ ਦਰਖਤ ਤੇ ਅੰਬ ਲੱਗੇ ਆ ਪਾਈ ਆ ਅੱਧਾ ਕਿਲੋ ਦੇ। ਤੇ ਬੰਦੇ ਨੇ ਆਪਦੀ ਮੱਤ ਵਰਤਦਿਆਂ ਹੋਇਆਂ ਪਰਮੇਸ਼ਰ ਤੇ ਤਰਕ ਕੀਤਾ, ਵੀ ਯਾਰ ਦੱਸੋ ਹੈ ਕਿੱਡਾ ਕਮਲ ਹੈ, ਐਡੇ ਵੱਡੇ ਦਰਖਤ ਤੇ ਨਿੱਕੇ ਨਿੱਕੇ ਫਲ ਆਏ ਨਾ, ਉਹ ਬੇਲਾਂ ਨਿੱਕੀਆਂ ਨਿੱਕੀਆਂ ਉਹਨਾਂ ਤੇ ਐਡੇ ਐਡੇ ਫਲ ਲਾ ਛੱਡੇ ਆ। ਕਹੋ ਸਤਨਾਮ ਸ੍ਰੀ। ਹਜੇ ਸੋਚ ਹੀ ਰਿਹਾ ਸੀ ਕਿ ਉੱਤੋਂ ਇੱਕ ਅੰਬ ਟੁੱਟਿਆ ਤੇ ਸਿੱਧਾ ਆ ਕੇ ਸਿਰ 'ਚ ਵੱਜਿਆ। ਜਦੋਂ ਉਹਦੀ ਚੋਟ ਤਾਂ ਲੱਗੀ ਪਰ ਬਚਾਅ ਹੋ ਗਿਆ। ਪਰ ਫਿਰ ਸੋਚਦਾ ਜੇ ਭਲਾ ਇਹ ਮਤੀਰਾ ਉੱਤੇ ਲੱਗਿਆ ਹੁੰਦਾ ਤੇ ਤਾਂ ਮੂੰਹ ਹੀ ਭੰਨ ਦਿੰਦਾ। ਕਹੋ ਸਤਨਾਮ। ਠੀਕ ਹੈ ਮਹਾਰਾਜ, ਤੂੰ ਠੀਕ ਹੈ, ਅਸੀਂ ਗਲਤ ਹਾਂ। ਕਹੋ ਸਤਨਾਮ ਸੀ। ਤੂੰ ਠੀਕ ਹੈ, ਜਿਹੜਾ ਜਿੱਥੇ ਚਾਹੀਦਾ ਉੱਥੇ ਫਿੱਟ ਕੀਤਾ ਹੈ, ਸਭ ਨੂੰ ਥਾਂ ਰੱਖਦਾ ਹੈ। ਭਾਵ ਵਾਕਿਆ ਹੀ ਮਨੁੱਖ ਨੂੰ ਜਿਹੋ ਜਿਹੀ ਬਿਰਤੀ ਹੁੰਦੀ ਹੈ ਉਹੋ ਜਿਹੇ ਥਾਂ 'ਤੇ ਰੱਖਦਾ ਹੈ ਬੰਦੇ ਨੂੰ। ਇਹ ਉਹਦਾ ਸੁਭਾਅ ਹੈ, ਉਹਦੀ ਆਦਤ ਹੈ, ਉਹਦਾ ਸਿਸਟਮ ਹੈ। ਪ੍ਰੀਤਮ ਜੀ ਕਹਿੰਦੇ 36 ਅੰਮ੍ਰਿਤ ਭੋਜਨ ਖਾਣਾ, ਤੂੰ 36 ਪ੍ਰਕਾਰ ਦੇ ਭੋਜਨ ਦਿੱਤੇ, ਕਿੰਨੇ ਤਰ੍ਹਾਂ ਦੇ ਫਲ ਫਰੂਟ, ਕਿੰਨੇ ਤਰ੍ਹਾਂ ਦੀਆਂ ਵਸਤੂਆਂ, ਔਰ ਫਿਰ ਨਾਲ ਨਾਲ ਮਨੁੱਖ ਨੂੰ ਗਿਆਨ ਵੀ ਦਿੱਤਾ ਤੇ ਨਾਲ ਇੱਕ ਵਚਨ ਕੀਤਾ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਤੂੰ ਇੱਥੋਂ ਦਾ ਰਾਜਾ ਹੈ। ਮੈਂ ਸੱਚਖੰਡ ਦਾ ਵਾਸੀ ਹਾਂ, ਤੂੰ ਮਾਤ ਲੋਕ ਦਾ ਵਾਸੀ ਹੈ, ਇਸ ਕਰਕੇ ਤੂੰ ਰਾਜਾ ਬਣ, ਰਾਜਾ ਪੁੱਤਰ। ਇਹ ਸ੍ਰਿਸ਼ਟੀ ਤੇਰੀ ਹੈ, ਇਹਨੂੰ ਸੰਭਾਲ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਅਤੇ ਫਿਰ ਸ੍ਰਿਸ਼ਟੀ ਨੂੰ ਕੌਣ ਸੰਭਾਲਦੇ ਆ? ਜਿਨ੍ਹਾਂ ਨੂੰ ਪਤਾ ਲੱਗ ਗਿਆ ਮਹਾਂਪੁਰਖ ਰੱਬ ਦੇ ਪਿਆਰੇ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਹਜ਼ਾਰਾਂ ਕੋਹ ਕਰਕੇ ਸਾਰੇ ਦੇਸ਼ਾਂ ਨਿਸ਼ਾਂਤਰਾਂ ਰਟਨ ਕਰਕੇ ਭੁੱਲਿਆਂ ਭਟਕਿਆਂ ਨੂੰ ਰਸਤੇ ਪਾਇਆ। ਜਿਵੇਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਭਾਰਤ ਵਰਸ਼ ਦੇ ਲੋਕਾਂ ਨੂੰ ਸੁੱਖ ਦੇਣ ਲਈ ਆਪਣਾ ਜੀਵਨ ਤਿਆਗ ਦਿੱਤਾ, ਬਲੀਦਾਨ ਦੇ ਦਿੱਤਾ। ਔਰੰਗ ਵਰਗੇ ਜ਼ਾਲਮਾਂ ਨੂੰ ਰੋਕਣ ਲਈ ਇਹ ਕੌਣ ਕਰਦੇ ਆ? ਇਹ ਬ੍ਰਹਮ ਗਿਆਨੀ ਹੀ ਕਰਦੇ ਆ। ਉਹਨਾਂ ਨੂੰ ਪਤਾ ਹੈ ਕਿ ਸ੍ਰਿਸ਼ਟੀ ਸਾਡੀ ਆ। ਮਾਨੋ ਧੁਰੋਂ ਪਰਮੇਸ਼ਰ ਦੇ ਪਿਆਰੇ ਇਸੇ ਕੰਮ ਲਈ ਆਉਂਦੇ ਨੇ। ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾਹੀਂ ਦੂਰ। ਪਰਮੇਸ਼ਰ ਨੇ ਆਪਣੇ ਪਿਆਰੇ ਦੱਸਣ ਲਈ ਭੇਜੇ ਹੈ ਕਿ ਮੈਂ ਤੁਹਾਡੇ ਨਾਲ ਹੀ ਰਹਿਣਾ, ਐਵੇਂ ਜੰਗਲਾਂ ਵਿੱਚ ਨਾ ਭਟਕੋ। ਕਾਹੇ ਰੇ ਬਣ ਖੋਜਣ ਜਾਹੀ, ਸਰਬ ਨਿਵਾਸੀ ਸਦਾ ਅਲੇਪਾ। ਤੋਹੀ ਸੰਗ ਸਮਾਈ, ਪੋਪ ਮਧ ਜੋ ਬਾਸ ਬਸਤ ਹੈ, ਮੁਕਰਮ ਹੈ ਜੈਸੇ ਛਾਈ। ਜਿਵੇਂ ਸ਼ੀਸ਼ੇ ਵਿੱਚ ਪਰਛਾਵਾਂ ਹੁੰਦਾ, ਜਿਵੇਂ ਫੁੱਲਾਂ ਵਿੱਚ ਖੁਸ਼ਬੂ ਹੁੰਦੀ ਆ,
ਇਸੇ ਤਰ੍ਹਾਂ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਹੜਾ ਹੈ ਦੁਨੀਆ ਵਿੱਚ ਵਸਦਾ ਹੈ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ 36 ਅੰਮ੍ਰਿਤ ਭੋਜਨ ਖਾਣਾ, 36 ਪ੍ਰਕਾਰ ਦੇ ਭੋਜਨ ਖਾਣੇ ਦਾਤਾਂ ਦਿੱਤੀਆਂ। ਵਿਸਰ ਨਾਹੀ ਏਵੜ ਦਾਤੇ ਸਿਖਾ, ਐਡੇ ਵੱਡੇ ਦਾਤੇ ਨੂੰ ਵਿਸਾਰਨਾ ਚਾਹੀਦਾ ਜਿਹੜਾ ਇੰਨਾ ਕੁਝ ਦਿੰਦਾ, ਫਿਰ ਉਹਨੂੰ ਹਮੇਸ਼ਾ ਯਾਦ ਕਰੀਏ। ਕਰ ਕਿਰਪਾ ਭਗਤਨ ਸੰਗ ਰਾਤੇ, ਉਹ ਆਪਣੇ ਭਗਤਾਂ ਨਾਲ ਓਤ ਪੋਤ ਹੈ, ਤਾਣਾ ਪੇਟਾ ਬਣਿਆ ਹੋਇਆ ਹੈ। ਕਬੀਰ ਸਾਹਿਬ ਜੀ ਕਹਿੰਦੇ ਤੂੰ ਕਰਤੇ ਤੂੰ ਭਇਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਇਸ ਕਰਕੇ ਉਸ ਪਰਮੇਸ਼ਰ ਨੂੰ ਹਮੇਸ਼ਾ ਯਾਦ ਰੱਖੀਏ ਜਿਹੜਾ 36 ਪ੍ਰਕਾਰ ਦੇ ਭੋਜਨ ਖਾਣੇ ਆਦਿ ਵੀ ਦਿੰਦਾ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਮਰਦਾਨਾ ਜੀ ਨਨਕਾਣਾ ਸਾਹਿਬ ਤੋਂ 17 ਕਿਲੋਮੀਟਰ 17 ਪੈਂਡਾ ਕਰਕੇ ਕਿੱਥੇ ਪਹੁੰਚੇ? ਅਹਿਮਦਾਬਾਦ, ਭਾਈ ਲਾਲੋ ਦੇ ਪਿੰਡ। ਤੇ ਜਾ ਸਿੱਧੇ ਭਾਈ ਲਾਲੋ ਦੀ ਦੁਕਾਨ 'ਤੇ ਆਵਾਜ਼ ਲਾਈ। ਲਾਲੋ ਸਾਹਮਣੇ ਬੈਠਾ। ਸਤਿਗੁਰਾਂ ਨੂੰ ਦੇਖ ਕੇ, ਸਾਧੂਆਂ ਨੂੰ ਦੇਖ ਕੇ ਇਹ ਬੜਾ ਪਿਆਰਾ ਸੀ ਰੱਬ ਦਾ। ਉੱਠਿਆ, ਸਤਿਕਾਰ ਕੀਤਾ, ਮੰਜੀ ਡਾਹੀ ਬਿਠਾਏ, ਗੱਲਾਂ ਬਾਤਾਂ ਚੱਲੀਆਂ। ਜੀ ਆਪ ਜੀ ਕੌਣ? ਕਹਿੰਦੇ ਵੇਖ ਲਾ ਲਾਲੋ ਤੂੰ ਕੌਣ? ਤਾਂ ਚਲੋ ਗੱਲਾਂ ਬਾਤਾਂ 'ਚ ਪਤਾ ਲੱਗਿਆ ਵੀ ਇਹ ਤਾਂ ਬਾਬਾ ਨਾਨਕ ਜੀ ਆ, ਨਨਕਾਣਾ ਸਾਹਿਬ ਵਾਲੇ, ਬੜੇ ਮਸ਼ਹੂਰ ਹੋ ਚੁੱਕੇ ਸਨ। ਭਾਈ ਲਾਲੋ ਨੇ ਘਰਵਾਲੀ ਨੂੰ ਹੁਕਮ ਦਿੱਤਾ ਕਿ ਪ੍ਰਸ਼ਾਦਾ ਤਿਆਰ ਕਰ, ਸਾਧੂ ਆਏ ਆਪਣੇ ਘਰ, ਮਹਾਂਪੁਰਸ਼ ਆਏ। ਤਾਂ ਹੁਣ ਪਤਾ ਲੱਗਿਆ ਵੀ ਉਹ ਕੇਵਲ ਸਾਧੂ ਮਹਾਂਪੁਰਸ਼ ਨਹੀਂ, ਉਹ ਤਾਂ ਪਰਮੇਸ਼ਰ ਸਨ। ਚਲੋ ਧੰਨ ਗੁਰੂ ਨਾਨਕ ਦੇਵ ਜੀ ਨੂੰ ਸਭ ਨੇ ਆਪੋ ਆਪਣੀਆਂ ਅੱਖਾਂ ਨਾਲ ਦੇਖਿਆ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲੱਖਾਂ ਨਾ ਜਾਏ ਪਸਾਰਾ, ਕਹਿ ਬਿਟ ਸਜਾ ਪ੍ਰਥਮ ਸੰਸਾਰਾ। ਜਿਸ ਵੇਲੇ ਭਾਈ ਸਾਹਿਬ ਭਾਈ ਲਾਲੋ ਜੀ ਨੇ ਅੰਦਰੋਂ ਕੋਧਰੇ ਦਾ ਪ੍ਰਸ਼ਾਦਾ ਤੇ ਸਰੋਂ ਦਾ ਸਾਗ ਲਿਆ ਕਰਕੇ ਥਾਲ ਮੂਹਰੇ ਲਾਇਆ ਛਕਣ ਦੇ ਲਈ, ਤੇ ਮਰਦਾਨਾ ਟੇਢਾ ਜਿਹਾ ਝਾਕਦਾ, ਕਹਿੰਦੇ ਯਾਰ ਇੰਨੇ ਦਿਨ ਹੋ ਗਏ ਤੁਰੇ ਆਉਂਦਿਆਂ ਨੂੰ, ਥੱਕ ਗਏ ਔਰ ਭੁੱਖ ਬਹੁਤ ਲੱਗੀ ਸੀ। ਤੇ ਇਹਨਾਂ ਨੇ 17 ਦਿਨਾਂ ਦਾ ਸਫ਼ਰ ਭਾਈ ਸਾਹਿਬ ਜੀ ਨੇ ਕੀਤਾ। ਕਹਿੰਦੇ ਉਸ ਵੇਲੇ ਮਰਦਾਨਾ ਜੀ ਨੇ ਬਾਬਾ ਜੀ ਦੇ ਨਾਲ, ਤੇ ਸੋਚਦਾ ਵੀ ਯਾਰ ਭੁੱਖ ਬਹੁਤ ਲੱਗੀ ਸੀ ਤੇ ਇੱਕ ਐਸਾ ਪ੍ਰਸ਼ਾਦਾ ਹੈ ਤਵੇ ਵਰਗਾ, ਜਿਵੇਂ ਬਾਜਰੇ ਦਾ ਪ੍ਰਸ਼ਾਦਾ ਹੁੰਦਾ, ਕੋਧਰੇ ਦਾ, ਕੋਧਰਾ ਖੈਰ ਫਸਲ ਹੋਰ ਹੈ, ਬਾਜਰਾ ਨਹੀਂ ਆ, ਉਹ ਉੱਦਾਂ ਦਾ ਹੀ ਹੁੰਦਾ। ਤਾਂ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਦੇਖ ਕੇ ਸਤਿਗੁਰਾਂ ਨੇ ਭਾਂਪ ਲਿਆ। ਕਹਿੰਦੇ ਕਿਵੇਂ ਆ ਮਰਦਾਨਿਆ? ਛਕ ਕੇ ਦੇਖ, ਬਹੁਤ ਸਵਾਦ ਹੈ। ਕਹਿੰਦੇ ਬਾਬਾ ਨਾਨਕ ਜੀ ਨੇ ਆਪਣੇ ਪ੍ਰਸ਼ਾਦੇ 'ਚੋਂ ਇੱਕ ਬੁਰਕੀ ਤੋੜ ਕੇ ਤੀ। ਕਹਿੰਦੇ ਖਾ ਕੇ ਦਾ ਵੇਖ ਕਿੰਨਾ ਸਵਾਦ ਆ, ਖਾ ਇਹਨੂੰ। ਜਦੋਂ ਕਹਿੰਦੇ ਉਹ ਬੁਰਕੀ ਉਸਨੇ ਮੂੰਹ ਵਿੱਚ ਪਾਈ ਤੇ ਉਹਨੂੰ ਅੰਮ੍ਰਿਤ ਦਾ ਸਵਾਦ ਆਇਆ, 36 ਪ੍ਰਕਾਰ ਦੇ ਰਸਾਂ ਦਾ ਭੋਜਨ ਵਿੱਚੋਂ ਸਵਾਦ ਆਇਆ। ਤੇ ਫਿਰ ਕਹਿੰਦਾ ਵਾਕਿਆ ਮਹਾਰਾਜ ਬੜਾ ਸਵਾਦ ਹੈ। ਤੇ ਧੰਨ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਨੂੰ ਕਹਿੰਦੇ ਲਾਲੋ ਤੂੰ ਇਹਦੇ ਵਿੱਚ ਕੀ ਪਾ ਕੇ ਲਿਆਇਆ ਪ੍ਰਸ਼ਾਦਿਆਂ 'ਚ ਇੰਨੇ ਸਵਾਦ? ਭਾਈ ਲਾਲੋ ਜੀ ਕਹਿੰਦੇ ਤਾਂ ਤੁਹਾਡੀ ਵੱਡਿਆਂ ਦੀ ਵਡਿਆਈ ਹੈ ਮਹਾਰਾਜ, ਰੁੱਖੇ ਮਿੱਸੇ ਪ੍ਰਸ਼ਾਦੇ, ਇਹਨਾਂ 'ਚ ਮੈਂ ਕੀ ਪਾਉਣਾ ਸੀ? ਇਹ ਤੁਸੀਂ ਕੁਛ ਪਾਇਆ ਹੁਣ ਇਹਦੇ ਵਿੱਚ। ਕਹੋ ਸਤਨਾਮ ਸੀ, ਤੁਸੀਂ ਕਿਰਪਾ ਕੀਤੀ ਆ, ਅਸੀਂ ਤਾਂ ਰੁੱਖਾ ਮਿੱਸਾ ਪ੍ਰਸ਼ਾਦਾ ਲੈ ਕੇ ਆਏ ਹਾਂ। ਤਾਂ ਉਸ ਵੇਲੇ ਫਿਰ ਭਾਈ ਲਾਲੋ ਜੀ 'ਤੇ ਵੀ ਬੜੀ ਕਿਰਪਾ ਕੀਤੀ, ਭਾਈ ਮਰਦਾਨੇ 'ਤੇ ਵੀ ਬੜੀ ਕਿਰਪਾ ਕਰ ਰਹੇ ਆ ਸਤਿਗੁਰੂ ਪਾਤਸ਼ਾਹ। ਕਹਿੰਦੇ ਜਿਸ ਪਰਮੇਸ਼ਰ ਨੇ 36 ਪ੍ਰਕਾਰ ਦੇ ਅੰਮ੍ਰਿਤਮਈ ਭੋਜਨ ਦੇਣੇ ਕੀਤੇ, ਸਭ ਕੁਝ ਦਿੱਤਾ, ਸੇਜ ਸੁਖਾਲੀ ਸੀਤਲ ਪਵਨ। ਜਦੋਂ ਗਰਮੀ ਹੋਵੇ ਤੇ ਠੰਡੀ ਹਵਾ ਦੇ ਬੁੱਲੇ ਚੱਲ ਪੈਣ, ਫਿਰ ਉਹਨਾਂ ਬੁੱਲਿਆਂ ਦਾ ਕੋਈ ਮੁੱਲ ਆ? ਕਹੋ ਸਤਨਾਮ। ਜਿਹਨੇ ਤੈਨੂੰ ਸੌਣ ਦੇ ਲਈ ਸੁੰਦਰ ਸੁੱਖ ਦੇਣ ਵਾਲੀਆਂ ਛੇਜਾਂ ਦਿੱਤੀਆਂ, ਠੰਡੀ ਹਵਾ ਦਿੰਦਾ ਗਰਮੀਆਂ ਦੇ ਵਿੱਚ, ਗਰਮੀ ਖਤਮ ਕਰਨ ਦੇ ਲਈ। ਸਹਿਜ ਕੇਲ ਰੰਗ ਕਰਨਾ ਜੀਓ, ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ
ਫਿਰ ਜੀਵ ਦੇ ਅੰਦਰ ਬੈਠ ਕੇ ਅਨੇਕਾਂ ਤਰ੍ਹਾਂ ਦੀਆਂ ਖੇਡਾਂ ਕਰਦਾ ਹੈ, ਨਾਮ ਜਪਣ ਵਾਲਿਆਂ ਦੇ ਨਾਲ ਖੇਡਦਾ। ਫਿਰ ਭਗਤ ਨਾਮਦੇਵ ਜੀ ਨੂੰ ਕਹਿੰਦੇ 72 ਵਾਰੀ ਦਰਸ਼ਨ ਕੀਤੇ, 72 ਵਾਰੀ ਦਰਸ਼ਨ ਦਿੱਤੇ ਭਗਤ ਨਾਮਦੇਵ ਨੂੰ। ਤੇ ਹਰ ਵੇਲੇ ਜਦੋਂ ਭਾਈ ਨਾਮਦੇਵ ਜੀ ਕਹਿੰਦੇ ਆ ਮਹਾਰਾਜ ਤੁਸੀਂ ਤਾਂ ਤੁਸੀਂ ਹੋ, ਖੁਸ਼ਖਬਰੀ ਖੁਸ਼ਖਬਰੀ ਖੁਸ਼ਖਬਰੀ, ਆਲਾ ਤੇਰੀ ਪਗੜੀ ਮੀਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮੁਗੋਲ। ਇੱਥੇ ਮੁਗਲਾਂ ਦਾ ਕੀ ਕੰਮ ਹੈ ਕ੍ਰਿਸ਼ਨ ਦੀ ਨਗਰੀ 'ਚ? ਇੱਥੇ ਤਾਂ ਮੈਨੂੰ ਤਾਂ ਕ੍ਰਿਸ਼ਨ ਲੱਗਦਾ ਹੈ। ਕਹੋ ਸਤਨਾਮ ਸੀ। ਜਿਸ ਵੇਲੇ ਉਹਨਾਂ ਨੇ ਘੋੜੀ ਮੰਗੀ, ਯਾਤਰਾ ਕਰਦੇ ਕਰਦੇ ਸੋਚਿਆ ਵੀ ਯਾਰ ਜੇ ਯਾਤਰਾ ਹੁੰਦੀ ਤੇ ਸੌਖੀ ਯਾਤਰਾ ਹੋ ਜਾਂਦੀ ਜੇ ਘੋੜੀ ਹੁੰਦੀ ਕੋਲੇ। ਤੇ ਉਸੇ ਵੇਲੇ ਪਰਮੇਸ਼ਰ ਘੋੜੀ ਲੈ ਕੇ ਪ੍ਰਗਟ ਹੋ ਗਿਆ। ਪਰ ਉਹਦੇ ਸਾਹਮਣੇ ਥੋੜ੍ਹੀ ਦੂਰੀ 'ਤੇ ਹੀ ਕੀ ਦੇਖਦਾ ਹੈ ਕਿ ਘੋੜੀ ਜਿਹੜੀ ਹੈ ਚਲਦੀ ਚਲਦੀ ਸੂ ਪਈ, ਔਰ ਉੱਤੇ ਬੈਠੇ ਮੁਗਲ ਰੂਪ ਥਾਣੇਦਾਰ ਵਰਗਾ ਰੂਪ ਧਾਰੀ ਪਰਮੇਸ਼ਰ ਕਹਿਣ ਲੱਗੇ ਓਏ ਭਗਤਾ ਉਰੇ ਆ ਭਾਈ। ਹਾਂ ਮਹਾਰਾਜ, ਆ ਬਸ਼ੇਰਾ ਚੱਕ ਮੇਰੀ ਘੋੜੀ ਰਾਹ ਸੂਪੀ ਆ, ਤੁਰਿਆ ਨਹੀਂ ਜਾਂਦਾ। ਭਗਤੀ ਸੋਚਣ ਲੱਗੇ ਯਾਰ ਹੁਣੇ ਘੋੜੀ ਦਾ ਫੁਰਨਾ ਬਣਾਇਆ ਸੀ ਤੇ ਹੁਣੇ ਇਹ ਘੋੜੀ ਆ ਗਈ। ਇਹ ਹੋਵੇ ਨਾ ਤਾਂ ਕੋਈ ਥਾਣੇਦਾਰ, ਕੋਈ ਮੁਗਲ ਨਹੀਂ, ਇਹ ਤਾਂ ਕ੍ਰਿਸ਼ਨ ਮੇਰੇ ਨਾਲ ਖੇਡਾਂ ਕਰਦਾ। ਕਹੋ ਸਤਨਾਮ ਸ੍ਰੀ। ਹੁਣ ਉਹ ਤਾਂ ਝਿੜਕੀ ਜਾ ਰਿਹਾ ਹੈ ਕਿ ਮੈਨੂੰ ਘੋੜੀ ਨੂੰ ਚੱਕ। ਪਰ ਭਾਈ ਸਾਹਿਬ, ਭਾਈ ਨਾਮਦੇਵ ਜੀ ਭਗਤ ਜੀ ਕਹਿਣ ਲੱਗੇ ਬੜੀ ਸੋਹਣੀ ਖੁਸ਼ਖਬਰੀ ਦਿੱਤੀ ਆ, ਤਾਂ ਤੇਰੀ ਪੱਗ ਬੜੀ ਸੋਹਣੀ ਹੈ, ਤੇਰੇ ਬੋਲ ਬੜੇ ਮਿੱਠੇ ਹੈ, ਤੂੰ ਕਿੱਥੋਂ ਦਾ ਥਾਣੇਦਾਰ ਹੈ, ਕਿੱਥੋਂ ਦਾ ਮੁਗਲ ਹੈ? ਕਾਹੇ ਕੇ ਮੁਗੋਲ, ਦਵਾਰਕਾ ਨਗਰੀ ਦੇ ਵਿੱਚ ਤਾਂ ਕ੍ਰਿਸ਼ਨ ਵਸਦੇ ਆ। ਉਸ ਵੇਲੇ ਪਰਮੇਸ਼ਰ ਹੱਸ ਪਏ, ਕਹਿੰਦੇ ਤੂੰ ਮੈਨੂੰ ਇੱਥੇ ਵੀ ਪਛਾਣ ਲਿਆ? ਕਹਿੰਦੇ ਪਛਾਣਨੀ ਤਾਂ ਗੱਲ ਹੀ ਛੱਡੋ, ਜਦੋਂ ਲਿਖ ਦਿੱਤਾ ਵੀ ਤੂੰ ਹਰ ਥਾਂ 'ਤੇ ਆ, ਫਿਰ ਤੂੰ ਇੱਥੇ ਵੀ ਆ। ਤੇ ਫਿਰ ਸਿੱਧੇ ਰੂਪ 'ਚ ਆ ਗਏ, ਅਸਲੀ ਰੂਪ 'ਚ। ਤੂੰ ਇਸ ਕਰਕੇ ਪਰਮੇਸ਼ਰ ਆਪਣੇ ਭਗਤਾਂ ਨਾਲ ਅਨੇਕਾਂ ਖੇਡਾਂ ਵੀ ਕਰਦਾ ਹੈ। ਸਹਿਜ ਸੁਖਾਲੀ ਸੀਤਲ ਪਵਨਾ, ਸਹਿਜ ਕੇਲ ਰੰਗ ਕਰਨਾ ਜੀਓ। ਆਓ ਉਸ ਤੋਂ ਮੰਗੀਏ ਆਪਾਂ ਕੁਛ। ਗੁਰੂ ਅਰਜਨ ਦੇਵ ਜੀ ਕਹਿੰਦੇ ਸਾ ਬੁੱਧ ਦੀਜੈ ਜਿਤ ਤੁਧ ਧਿਆ, ਜਿਤ ਵਿਸਰੈ ਨਾਹੀ। ਮੈਨੂੰ ਇਹੋ ਜਿਹੀ ਬੁੱਧੀ ਦੇ ਦਿਓ ਕਿ ਮੈਂ ਤੁਹਾਨੂੰ ਵਿਸਾਰਾਂ ਨਾ, ਕਿਉਂਕਿ ਬਹੁਤ ਔਖਾ ਹੈ ਲਗਾਤਾਰ ਪਰਮੇਸ਼ਰ ਦੇ ਨਾਲ ਜੁੜੇ ਰਹਿਣਾ, ਗੁਰੂ ਨਾਲ ਜੁੜੇ ਰਹਿਣਾ। ਕਈ ਵਾਰੀ ਬੰਦਾ ਜਿਹੜਾ ਹੈ ਕਿਸੇ ਨਾ ਕਿਸੇ ਮਾਇਆ ਦੇ ਧੱਕੇ ਕਾਰਨ ਮਹਾਰਾਜ ਨੂੰ ਛੱਡ ਜਾਂਦਾ, ਸਤਿਗੁਰ ਨੂੰ ਛੱਡ ਜਾਂਦਾ ਮਨੁੱਖ। ਇਸ ਕਰਕੇ ਇਹ ਵੀ ਅਰਦਾਸ ਕਰਨੀ ਚਾਹੀਦੀ ਆ ਕਿ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਆਓ ਬੇਨਤੀ ਕਰੀਏ, ਸਾਡੀ ਬੁੱਧੀ ਇਹੋ ਜਿਹੀ ਬਣਾ ਦੇ ਕਿ ਅਸੀਂ ਤੈਨੂੰ ਭੁਲਾਈਏ ਨਾ, ਵਿਸਰੀਏ ਨਾ। ਜਿਸ ਵੇਲੇ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਪਹੁੰਚੇ ਪਹਿਲੀ ਵਾਰ, ਤੇ ਪਹਿਲੀ ਮਿਲਣੀ ਵਿੱਚ ਹੀ ਐਸੇ ਪ੍ਰਭਾਵਿਤ ਹੋਏ। ਜਿਸ ਵੇਲੇ ਬਾਬੇ ਨਾਨਕ ਨੇ ਕਿਹਾ ਤੂੰ ਲੈਣਾ ਤੇ ਅਸੀਂ ਦੇਣਾ ਹੈ, ਫਿਰ ਇਹ ਸਲਾਹ ਬਣਾ ਲਈ ਵੀ ਹੁਣ ਆਪਾਂ ਇੱਕ ਵਾਰੀ ਘਰੇ ਜਾ ਆਈਏ। ਮਹਾਂਪੁਰਸ਼ ਮੈਨੂੰ ਆਗਿਆ ਦੇ ਦੇਣ ਬਾਬਾ ਜੀ, ਮੈਂ ਇੱਕ ਵਾਰੀ ਘਰੇ ਜਾਇਆ ਵਾਂ ਤੇ ਮੁੜ ਕੇ ਸਦਾ ਲਈ ਇੱਥੇ ਹੀ ਰਹਾਂਗਾ। ਤੇ ਜਾਨੀ ਜਾਨ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਚੰਗਾ ਭਾਈ ਸਿੱਖਾ, ਇੱਕ ਵਾਰੀ ਘਰੇ ਜਾਇਆ ਫਿਰ ਤੂੰ ਇੱਥੇ ਆ ਜੀ। ਕਹਿਣ ਲੱਗੇ ਵੀ ਤਾਂ ਜਾਨੀ ਜਾਨ ਹੈ, ਅੰਤਰਜਾਮੀ ਆ। ਵਾਪਸ ਆ ਗਏ। ਬਸ ਫਿਰ ਇੱਕ ਪਰਨ ਕਰ ਲਿਆ ਇੱਕ ਆਪਣੇ ਬੁੱਧੀ ਦੇ ਵਿੱਚ, ਦਿਮਾਗ ਦੇ ਵਿੱਚ, ਹਿਰਦੇ ਵਿੱਚ, ਮੈਂ ਬਾਬਾ ਜੋ ਕਹੂਗਾ ਸਾਤੀ ਸੱਤ ਹੈ, ਆਪਾਂ ਉਹ ਗੱਲ ਕੱਟਣੀ ਨਹੀਂ, ਭਾਵੇਂ ਜਮਾ ਅਣਹੋਣੀ ਹੋਵੇ। ਕਿਉਂਕਿ ਸਾਡੀ ਮੱਤ ਛੋਟੀ ਹੈ ਨਾ, ਗੁਰੂ ਦੀਆਂ ਰਮਜ਼ਾਂ ਸਮਝਣੀਆਂ ਔਖੀਆਂ। ਭਾਵੇਂ ਜਮਾ ਨਾ ਉਹ ਗੱਲ ਹੋ ਸਕਦੀ ਹੋਵੇ, ਪਰ ਆਪਾਂ ਕਹਿਣਾ ਜੀ ਸੱਤ ਬਚਨ ਹੈ। ਅਤੇ ਚਾਹੇ ਉਹਨਾਂ ਨੇ ਕਿੱਕਰ ਤੋਂ ਲੱਡੂ ਸਿੱਟ ਦੇਣੇ, ਕਿੱਕਰ ਦੇ ਫੁੱਲਾਂ ਨੂੰ ਲੱਡੂ ਬਣਾ ਦਿੱਤਾ। ਸਿੱਖਾਂ ਨੂੰ ਕਹਿੰਦੇ ਜਾਓ ਸਿੱਖੋ, ਕਿੱਕਰ ਹਿਲਾ ਕੇ ਆਓ, ਇਹ ਤਾਂ ਲੱਡੂ ਡਿੱਗ ਪੈਣਗੇ।
ਹੁਣ ਸਾਡੀ ਛੋਟੀ ਮੱਤ ਕਰਕੇ ਅਸੀਂ ਸੋਚਿਆ, ਲੋਕਾਂ ਨੇ, ਸਿੱਖਾਂ ਨੇ ਸੋਚਿਆ ਵੀ ਨਾ ਯਾਰ ਮੁਸ਼ਕਿਲ ਹੈ, ਕਿੱਕਰ ਤੋਂ ਲੱਡੂ ਕਿੱਥੇ ਡਿੱਗਦੇ ਆ। ਜਦੋਂ ਕੋਈ ਨਾ ਗਿਆ ਤੇ ਲਹਿਣੇ ਨੂੰ ਕਹਿੰਦੇ ਲਹਿਣੇ ਆ ਜਾ ਭਾਈ ਤੂੰ ਹਿਲਾ ਕੇ ਆ। ਹੁਣ ਲਹਿਣੇ ਨੇ ਪਰਨ ਕੀਤਾ ਹੋਇਆ ਹੈ ਕਿ ਆਪਾਂ ਬਾਪੂ ਦੀ ਗੱਲ ਕੱਟਣੀ ਨਹੀਂ। ਜਿਸ ਵੇਲੇ ਉਹ ਕਿੱਕਰ ਵੱਲ ਚੱਲੇ, ਦਰਖਤ ਵੱਲ ਚੱਲੇ, ਤੇ ਪਿੱਛੋਂ ਕਿਸੇ ਨੇ ਉਹਨਾਂ ਦੇ ਚੋਲੇ ਦਾ ਪੱਲਾ ਫੜ ਲਿਆ। ਕਹਿੰਦੇ ਕਮਲਾ ਹੋਇਆ, ਕਹੇ ਦਰਖਤਾਂ ਨੂੰ ਮਠਿਆਈਆਂ ਲੱਗਦੀਆਂ। ਉਹ ਕਹਿੰਦਾ ਮੇਰੀ ਗੱਲ ਸੁਣ ਲਓ, ਮੈਨੂੰ ਹੁਕਮ ਹੋਇਆ ਦਰਖਤ ਨੂੰ ਹਿਲਾਉਣ ਦਾ, ਝੂਲਣ ਦਾ, ਉੱਤੇ ਚੜ੍ਹ ਕੇ ਉਸ ਨੂੰ ਝੂਲਣਾ। ਮਠਿਆਈ ਡਿੱਗੇ ਜਾਂ ਨਾ ਡਿੱਗੇ ਇਹਦੀ ਲਾਜ ਗੁਰੂ ਨਾਨਕ ਨੂੰ ਹੈ। ਇੰਨਾ ਕਹਿ ਕੇ ਤੇ ਜਾ ਕੇ ਉਸ ਦਰਖਤ 'ਤੇ ਚੜ੍ਹੇ, ਵਿਚਾਲੇ ਜੇ ਹੋ ਕੇ ਜੋ ਡਾਹਣਾ ਫੜ ਕੇ ਹਿਲਾਇਆ, ਜਦੋਂ ਕਿੱਕਰ ਦੇ ਪੀਲੇ ਰੰਗ ਦੇ ਫੁੱਲ ਹੁੰਦੇ ਆ ਨਾ, ਉਹ ਵੱਡੇ ਵੱਡੇ ਲੱਡੂ ਬਣ ਕੇ ਡਿੱਗੇ। ਕਹੋ ਸਤਨਾਮ ਸ੍ਰੀ। ਮਠਿਆਈ ਸਰ ਗੁਰਦੁਆਰਾ ਅੱਜ ਵੀ ਉਸ ਯਾਦ ਵਿੱਚ ਹੈ। ਖੈਰ, ਉਸ ਪਰਮੇਸ਼ਰ ਨੇ ਸਾਨੂੰ ਕੀ ਕੁਝ ਦਿੱਤਾ। ਹੁਣ ਬੁੱਧੀ ਵੀ ਮੰਗ ਲਈਏ, ਉਹੇ ਜੀ ਮੱਤ ਵੀ ਮੰਗ ਲਈਏ, ਸਮਝ ਆ ਜੇ। ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ, ਸਾ ਮਤ ਦੀਜੈ ਜਿਤ ਤੁਧ ਤੇ ਆਈ। ਮੈਨੂੰ ਉਸ ਮਤ ਬਖਸ਼ੋ ਕਿ ਮੈਂ ਤੈਨੂੰ ਸਿਮਰਾਂ, ਤੇਰਾ ਧਿਆਨ ਕਰਾਂ, ਤੈਨੂੰ ਸਿਮਰਾਂ। ਸਾਸ ਸਾਸ ਤੇਰੇ ਗੁਣ ਗਾਵਾਂ, ਹਰ ਸਵਾਸ ਸਵਾਸ ਨਾਲ ਮੈਂ ਜਪਾਂ। ਵਾਹਿਗੁਰੂ 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 ਵਾਹਿਗੁਰੂ। ਸਾਸ ਸਾਸ ਦਾ ਮਤਲਬ ਹੁੰਦਾ ਹੈ ਸਵਾਸ ਲੈਂਦੇ ਹਾਂ ਅਤੇ ਸਵਾਸ ਛੱਡਦੇ ਹਾਂ। ਮੈਂ ਤੈਨੂੰ ਹਮੇਸ਼ਾ ਯਾਦ ਰੱਖਾਂ, ਐਸੀ ਸਾਡੇ ਅੰਦਰ ਮੱਤ ਬਖਸ਼ ਦਿਓ। ਸਾਮਾ ਦੀਜਾ ਜੇ ਤੁਧ ਧਿਆਈ, ਸਾਸ ਸਾਸ ਤੇਰੇ ਗੁਣ ਗਾਵਾਂ। ਓਟ ਨਾਨ ਗੁਰ ਚਰਨਾ ਜੀਓ, ਕਿਉਂਕਿ ਮੈਨੂੰ ਤੇਰੀ ਹੀ ਓਟ ਹੈ, ਤੇਰਾ ਹੀ ਆਸਰਾ ਹੈ, ਹੋਰ ਮੇਰਾ ਕੋਈ ਨਹੀਂ। ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਕਰੋ। ਐਸੇ ਬਚਨ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ। ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 100 ਉੱਪਰ ਸੁਭਾਏਮਾਨ ਪਹਿਲਾ ਸ਼ਬਦ, ਅਤੇ ਦੂਸਰੇ ਸ਼ਬਦ ਵਿੱਚ ਫਿਰ ਪਾਤਸ਼ਾਹ ਦੱਸਦੇ ਆ ਵੀ ਜਿਹੜੀ ਆਪਾਂ ਸਿਫਤ ਸਲਾਹ ਕਰਦੇ ਹਾਂ, ਕਥਾ ਕਰਨੀ, ਕਥਾ ਸੁਣਨੀ, ਕੀਰਤਨ ਕਰਨਾ, ਕੀਰਤਨ ਸੁਣਨਾ, ਇਹ ਵੀ ਉਹਦੀ ਕਿਰਪਾ ਤੋਂ ਬਗੈਰ ਨਹੀਂ ਹੁੰਦਾ। ਕਹੋ ਸਤਨਾਮ ਸ੍ਰੀ। ਉਹ ਆਪ ਹੀ ਕਿਰਪਾ ਕਰਕੇ ਸਾਨੂੰ ਬੁਲਾਉਂਦਾ ਹੈ, ਸੁਣਾਉਂਦਾ ਹੈ, ਅਤੇ ਆਪ ਹੀ ਵਿਦਾ ਕਰਦਾ ਹੈ। ਆਪੇ ਸੰਗਤ ਸਦ ਬਹਾਲੇ, ਆਪੇ ਵਿਦਾ ਕਰਾਈ। ਕਹੋ ਸਤਨਾਮ। ਇਹ ਉਹਦੀ ਕਿਰਪਾ ਦੇ ਨਾਲ ਹੀ ਸਭ ਕੁਝ ਚੱਲ ਰਿਹਾ ਹੈ। ਗੁਰੂ ਕਿਰਪਾ ਕਰੇ। ਫਿਰ ਕਿਉਂ ਐਡੇ ਵੱਡੇ ਦਾਤੇ ਨੂੰ ਵਿਸਾਰੀਏ। ਵਿਸਰ ਨਾਹੀ ਏਵੜ ਦਾਤੇ, ਕਰ ਕਿਰਪਾ ਭਗਤਨ ਸੰਗ ਰਾਤੇ। ਤੂੰ ਆਪਣੇ ਭਗਤਾਂ ਦੇ ਨਾਲ ਜਿਵੇਂ ਓਤ ਪੋਤ ਹੈ, ਮੈਨੂੰ ਕਿਰਪਾ ਕਰਕੇ ਉਹਨਾਂ ਦੀ ਸੰਗਤੀ ਬਖਸ਼ ਦੇ। ਸਹੀ ਪਿਆਰਿਆਂ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਜਿਵੇਂ ਤੂੰ ਆਪਣੇ ਭਗਤਾਂ ਨਾਲ ਤਾਣਾ ਪੇਟਾ ਬਣਿਆ ਹੋਇਆ, ਇੱਕ ਮਿੱਕ ਹੋਇਆ, ਕਿਰਪਾ ਮੇਰੇ 'ਤੇ ਵੀ ਕਰ ਦੇ। ਵਿਸਰ ਨਾਹੀ ਏਵੜ ਦਾਤੇ, ਕਰ ਕਿਰਪਾ ਭਗਤਨ ਸੰਗ ਰਾਤੇ। ਦਿਨ ਸਰੈਣ ਜਿਉ ਤੁਧ ਤੇ ਆਈ, ਇਹੋ ਦਾਨ ਮੋਹੇ ਕਰਨਾ ਜੀਓ। ਬਸ ਇਹ ਕਿਰਪਾ ਕਰ ਦੇ। ਆਓ ਬੇਨਤੀ ਕਰੀਏ। ਅਗਲੇ ਸ਼ਬਦ ਦੇ ਵਿੱਚ ਪਾਤਸ਼ਾਹ ਫਿਰ ਦੱਸਦੇ ਹੈ ਕਿ ਉਹਦੀ ਕਿਰਪਾ ਦੇ ਨਾਲ ਕੀ ਕੁਝ ਹੋ ਸਕਦਾ। ਸਿਫਤ ਸਲਾਹਾਂ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਜੋ ਤੁਧ ਭਾਈ। ਸੋਈ ਜਪ ਜੋ ਪ੍ਰਭ ਜੀਉ ਭਾਵੈ, ਭਾਣੇ ਪੂਰ ਗਿਆਨਾ ਜੀਓ। ਨਾ ਕੋ ਮੂਰਖ ਨਾ ਕੋ ਸਿਆਣਾ, ਕੋਈ ਆਪੇ ਮੂਰਖ ਨਹੀਂ ਬਣਦਾ, ਕੋਈ ਆਪੇ ਸਿਆਣਾ ਨਹੀਂ ਹੋ ਸਕਦਾ। ਇਹ ਸਾਰੀ ਉਹਦੇ ਹੁਕਮ ਦੀ ਖੇਡ ਹੈ। ਖੈਰ, ਇਹ ਸ਼ਬਦ ਦੇ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।